So welcome to our YouTube channel English Village. So ਆਪਾਂ ਜਿਹੜੀ ages explain ਕਰ ਰਹੇ ਹਾਂ। ਫਸਟ ਅਸੀਂ ਐਲਿਜ਼ਾਬੈਥ ਨੇ ਸਟਾਰਟ ਕੀਤੀ ਹੈ। ਉਹਦੇ ਵਿੱਚ ਜਿਹੜੀ ਅਸੀਂ ਪਹਿਲੀ ਵੀਡੀਓ ਬਣਾਈ ਹੈ that is related to the books and second ਵੀਡੀਓ ਜਿਹੜੀ ਅਸੀਂ ਬਣਾਈ ਹੈ that is related to the writer Edmund Spenser। ਸੋ ਉਸ ਤੋਂ ਬਾਅਦ ਜਿਹੜੀਆਂ ਐਲਿਜ਼ਾਬੈਥ ਨੇਜ ਦੇ ਵਿੱਚ ਕੁਝ ਟਰਮਾਂ ਆ ਰਹੀਆਂ ਨੇ, ਸੋ ਮੇਰੇ ਮਾਈਂਡ ਦੇ ਵਿੱਚ ਆਇਆ ਕਿ ਉਹਨਾਂ ਟੂ ਟਰਮਸ ਜਿਹੜੀਆਂ ਮੋਸਟ ਇੰਪੋਰਟੈਂਟ ਹੈ, ਫਸਟ ਇਜ਼ ਸੋਨੇਟ ਐਂਡ ਸੈਕੰਡ ਇਜ਼ ਐਪਿਕ। ਉਹਨਾਂ ਨੂੰ ਥੋੜਾ ਡਿਸਕਸ ਕੀਤਾ ਜਾਵੇ ਕਿਉਂਕਿ ਅੱਗੇ ਵੀ ਉਹ ਆਪਣੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਣਗੀਆਂ। ਸੋ ਹੁਣ ਆਪਾਂ ਉਹਨਾਂ ਟਰਮਸ ਨੂੰ ਡਿਸਕਸ ਕਰਦੇ ਹਾਂ। ਥੋੜੀ ਸ਼ਾਰਟ ਹੋਣ ਜਾ ਰਹੀ ਹੈ ਵੀਡੀਓ, ਸੋ ਪ੍ਰੋਪਰ ਅਟੈਂਸ਼ਨ ਦੇ ਕੇ ਇਹਨਾਂ ਨੂੰ ਤੁਸੀਂ ਸੁਣਨਾ ਹੈ। ਸੋ ਥੈਂਕਸ। ਸੋ ਹੁਣ ਆਪਾਂ ਸਟਾਰਟ ਕਰ ਰਹੇ ਹਾਂ ਵੀਡੀਓ ਰਿਲੇਟਡ ਟੂ ਦ ਟਰਮਸ। ਸੋ ਫਸਟ ਜਿਹੜੀ ਟਰਮ ਅਸੀਂ ਡਿਸਕਸ ਕਰਨੀ ਹੈ ਉਹ ਕਿਹੜੀ ਹੈ? ਐਜ਼ ਸੋਨੇਟ। ਸੋਨੇਟ ਨੂੰ ਐਜ਼ ਸਟਾਰਟਿੰਗ ਦੇ ਵਿੱਚ ਵਨ ਥਿੰਗ ਆਪਣੇ ਮਾਈਂਡ ਦੇ ਵਿੱਚ ਰੱਖਣੀ ਹੈ। ਸਾਰਿਆਂ ਨਾਲੋਂ ਜਿਹੜਾ ਫਸਟ ਜਿਹੜਾ ਇਹਦਾ ਪੁਆਇੰਟ ਹੈ ਦੈਟ ਇਜ਼ ਕਿ ਇਹ ਹਾਊ ਮੈਨੀ ਲਾਈਨਸ ਪੋਇਮ ਹੈ, ਸ਼ਾਰਟ ਪੋਇਮ ਹੈ, ਲਿਰਿਕ ਹੈ। ਫਸਟ ਐਜ਼ ਲਿਰਿਕ। लिरिक ਕੀ ਹੁੰਦਾ ਹੈ? इट इज अ शॉर्ट पोएम। लिरिक ਕੀ ਹੈ? इट्स अ शॉर्ट पोएम। सो एक राइम स्कीम ਦੇ ਵਿੱਚ ਹੁੰਦੀ ਹੈ, ਪ੍ਰੋਪਰ ਉਸ ਦੀ ਰਾਈਮ ਸਕੀਮ ਹੁੰਦੀ ਹੈ। ਸੋ ਦੈਟ ਇਜ਼ ਸੋਨੇਟ। ਸੋ ਸੈਕੰਡ ਜਿਹੜਾ ਦਾ ਇੰਪੋਰਟੈਂਟ ਹੈ ਉਹ ਫੇਰ ਹੀ ਸੋਨੇਟ ਹੈ ਜੇ ਉਸ ਦੀਆਂ ਜਿਹੜੀਆਂ ਲਾਈਨਸ ਹੈ ਕਿੰਨੀਆਂ ਨੇ? 14 ਲਾਈਨਸ। 14 ਲਾਈਨਸ। ਸੋ ਜਿਹੜੇ ਮੇਨ 3 ਟਾਈਪਸ ਆਫ ਸੋਨੇਟ ਆਪਣੇ ਮਾਈਂਡ ਦੇ ਵਿੱਚ ਚੱਲਦੇ ਹੈ, ਠੀਕ ਹੈ, ਆਪਣੇ ਸਿਲੇਬਸ ਦੇ ਵਿੱਚ ਵੀ ਹੈ ਸੋਨੇਟ। ਸੋ ਟਰਮਸ ਦੇ ਅੰਡਰ ਆ ਜਾਂਦਾ ਹੈ। ਸੋ ਉਹਦੇ ਵਿੱਚ ਜਿਹੜੀਆਂ 14 ਲਾਈਨਸ ਦਾ ਕੁਐਸਚਨ ਬਣਦਾ ਹੈਗਾ। ਸੋ ਨੈਕਸਟ ਇਜ਼ ਐਜ਼ ਇਟ ਇਜ਼ ਅ ਸ਼ਾਰਟ ਲਿਰਿਕ। ਸੋ ਇਹਦੇ ਵਿੱਚ ਤਿੰਨ ਜਿਹੜੇ ਮੇਨ ਸੋਨੇਟਸ ਆਉਂਦੇ ਆ। ਫਸਟ ਜਿਹੜਾ ਸੋਨੇਟ ਆ ਦੈਟ ਇਜ਼ ਪੈਟਰਾਰਕੀਅਨ ਸੋਨੇਟ। ਜਿਹੜਾ ਹੈ ਪੈਟਰਾਰਕੀਅਨ ਸੋਨੇਟ। ਪੈਟਰਾਰਕੀਅਨ ਸੋਨੇਟ। ਸੋ ਇਸ ਸੋਨੇਟ ਦੇ ਵਿੱਚ ਕੀ ਹੈ? ਤਿੰਨੋਂ ਸੋਨੇਟਸ ਜਿਹੜੇ ਹੋਣਗੇ ਉਹਨਾਂ ਦੇ ਵਿੱਚ 14 ਲਾਈਨਸ ਹੈ, ਬਟ ਉਹਨਾਂ ਦੀ ਜਿਹੜੀ ਐਜ਼ ਡਿਵਾਈਡੇਸ਼ਨ ਹੈ ਦੈਟ ਇਜ਼ ਡਿਫਰੈਂਟ। ਸੋ ਇਹਦੇ ਵਿੱਚ ਕੀ ਹੈ? ਜਿਹੜੀਆਂ 14 ਲਾਈਨਸ ਹੈ ਉਹ ਫਸਟ ਦੇ ਵਿੱਚ ਉਹ 8 ਲਾਈਨਸ ਹੈ ਜਿਨ੍ਹਾਂ ਨੂੰ ਕੀ ਕਹਿ ਦਿੰਦੇ ਆ? ਆਕਟੇਵ। ਜਿਹੜੀਆਂ 8 ਲਾਈਨਸ ਫਸਟ ਹੈ ਉਹ ਕੀ ਹੈ? ਆਕਟੇਵ। ਆਕਟੇਵ। ਸੋ ਫਸਟ ਜਿਹੜੀਆਂ 8 ਲਾਈਨਸ ਹੈ ਦੈਟ ਇਜ਼ ਆਕਟੇਵ। ਆਕਟੇਵ ਫੋਲੋਡ ਬਾਈ sestet। SESTET। Sestet means 6 lines। 8 plus 6 14 lines। Clear है? So ਜਿਹੜਾ octave ਹੈ, ਜਿਹੜੀ ਇਹਨਾਂ ਦੀ ਰਾਈਮ ਸਕੀਮ ਹੈ ਉਹ ਕਿਦਾਂ ਦੀ? ਉਹ ਥੋੜੀ ਡਿਫਰੈਂਟ ਹੈ। ਇਹ octave 2 ਪਾਰਟਸ ਦੇ ਵਿੱਚ ਵੰਡਿਆ ਜਾਂਦਾ ਹੈ। 2 quatrain then last 6 lines। ਸੋ 2 ਕੁਆਟਰੇਨਸ ਦੇ ਵਿੱਚ ਕੀ ਹੈ ਦੀ ਸਕੀਮ? ਸੋ ਸਕੀਮ ਦਾ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਪੁਆਇੰਟ ਆਫ View ਤੋਂ, ਐਗਜ਼ਾਮ ਦੇ ਪੁਆਇੰਟ ਆਫ View ਤੋਂ, ਸੋ ਜਿਹੜਾ ਆਕਟੇਵ ਉਹਦੀਆਂ 4 ਲਾਈਨਸ ਹੈ ਉਹਨਾਂ ਦੀ ਜਿਹੜੀ ਸਕੀਮ ਹੈ, ਜੇ ਆਪਾਂ ਉਸ ਨੂੰ ਦੇਖੀਏ ਉਹ ਕੀ ਹੈ? A double B A A double B A means 4 plus 4 8 ਹੋ ਗਏ। ਹੁਣ ਸਿਸਟਰ ਕੀ ਹੈ? C D C C D C। ਇਹ ਸਮਟਾਈਮਸ ਇਹਦਾ ਵੀ ਆ ਜਾਂਦਾ C D E, ਇੱਥੇ E ਵੀ ਆ ਜਾਂਦੀ ਹੈ। ਕਲੀਅਰ? ਸੋ ਉਹਦੇ ਵਿੱਚ ਥੋੜਾ ਚੇਂਜ ਆ ਜਾਂਦਾ, ਬਟ ਦੈਟ ਇਜ਼ ਅੰਡਰ ਦਾ ਪੈਟਰਾਰਕੀਅਨ ਸੋਨੇਟ। ਬਟ ਆਪਸ਼ਨ ਤੁਹਾਨੂੰ ਇੱਕ ਹੀ ਦਿੱਤਾ ਹੋਊਗਾ ਇਸ ਤਰੀਕੇ ਨਾਲ, ਦੋਵੇਂ ਆਪਸ਼ਨ ਉਹ ਨਹੀਂ ਕਰੂਗਾ ਤੁਹਾਡੇ ਸਾਹਮਣੇ, ਸਿਰਫ ਇੱਕ ਆਪਸ਼ਨ ਹੋਊਗਾ। ਸੋ ਕਲੀਅਰ ਕੱਟ ਤੁਹਾਨੂੰ ਆਨਸਰ ਹੈ ਜਿਹੜਾ ਪਤਾ ਹੋਊਗਾ ਕਿ ਜਿਹੜਾ ਐਸ ਪੈਟਰਾਰਕੀਅਨ ਸੋਨੇਟ ਉਹਦੇ ਵਿੱਚ ਕੀ ਹੈ? ਫਸਟ ਆਕਟੇਵ, ਦੈਨ ਆਕਟੇਵ ਇਜ਼ ਫੋਲੋਡ ਬਾਈ ਸਿਸਟੇਟ ਮੀਨਸ 6 ਲਾਈਨਸ। ਸੋ ਇਹਦੇ ਵਿੱਚ ਇਹ ਕੀ ਹੈ? ਇਹਦੀ ਜਿਹੜੀ ਐਜ਼ ਜਿਹੜਾ ਐਕਸ਼ਨ ਹੁੰਦਾ ਹੈ ਉਹ ਰੇਜ਼ ਹੁੰਦਾ ਹੈ 8 ਲਾਈਨ ਦੇ ਵਿੱਚ। 6 ਲਾਈਨ ਦੇ ਵਿੱਚ ਉਹ ਫਿਰ ਡਾਊਨਫਾਲ ਹੋ ਜਾਂਦਾ, ਜਿਸ ਤਰ੍ਹਾਂ ਉਹਦਾ ਸੋਲੂਸ਼ਨ ਉਹਦੇ ਵਿੱਚ ਐਕਸਪਲੇਨ ਕੀਤਾ ਜਾਂਦਾ ਹੈ। ਸੋ ਦਿਸ ਇਜ਼ ਐਜ਼ ਅ ਪੈਟਰਾਰਕੀਅਨ ਸੋਨੇਟ। ਸੋ ਨੈਕਸਟ ਇਜ਼ ਐਜ਼ ਇਹ ਸਟਾਰਟਿੰਗ ਸੋਨੇਟਸ ਹੈ ਪੈਟਰਾਰਕ ਦੇ ਨੇ ਰਾਈਟ ਕੀਤੇ। ਸੋ ਸਾਨੂੰ ਜਿਹੜੇ ਸਟਾਰਟਿੰਗ ਹੈ ਉਹ ਇਹ ਹੀ ਸੀਗੇ। ਨੈਕਸਟ ਕੀ ਹੈ? ਸ਼ੇਕਸਪੀਰੀਅਨ ਸੋਨੇਟ। Shakespearean sonnet।
शेक्सपीरियन सॉनेट्स की है जिस तरह एज स्पेंसरियन सॉनेट है उन्होंने नालों थोड़े जे डिफरेंट है, ठीक है, ये थोड़े डिफरेंट है स्पेंसरियन सॉनेट्स के नालों एज शेक्सपीरियन सॉनेट्स। ਇਹਦੇ ਵਿੱਚ ਕੀ ਹੈ जिस तरह A2 इस तरह ਜਿਹੜੇ फर्स्ट 4 है इस तरह ही ਇਹਨਾਂ ਦੇ 3 4 बन ਜਾਂਦੇ ਇੱਥੇ मींस 4 4 4 लास्ट ਦੇ ਉੱਪਰ कपलेट मींस 2 ਲਾਈਨਸ ਆ ਜਾਂਦੀਆਂ फर्स्ट 4 ਲਾਈਨਸ ਦਾ ਪੈਰਾਗ੍ਰਾਫ ਫਿਰ 4 ਲਾਈਨ ਦਾ ਪੈਰਾਗ੍ਰਾਫ ਫਿਰ 4 ਲਾਈਨ ਦਾ ਪੈਰਾ ਫਿਰ ਕੀ ਆ ਜਾਂਦੀ ਹੈ 2 ਲਾਈਨਸ ਉਹਨੂੰ ਕੀ ਕਹਿੰਦੇ ਆ कपलेट। ਸੋ ਇਹਦਾ ਕਿੱਦਾਂ ਜੇ ਆਪਾਂ ਇਸ ਨੂੰ ਰਾਈਟ ਕਰਦੇ ਹਾਂ that is as 3 quatrains 3 quatrains ਜਿਹੜੇ 3 quatrains ਹੈ ਮਾਈਂਡ ਦੇ ਵਿੱਚ ਰੱਖਿਓ ਕਿ ਇਹ ਐਸ ਪ੍ਰੋਪਰ ਸੀਕੁਐਂਸ ਦੇ ਵਿੱਚ ਹੀ 4 4 ਦੀ ਲਾਈਨ ਬਣਨੀ ਹੈ ਮੀਨਸ 12 ਬਣਨੇ ਹੈ। ਇਹ ਨਹੀਂ ਕਿ 3 ਵਿੱਚ ਪਹਿਲਾਂ 4 ਆ ਗਏ ਫਿਰ 3 ਆ ਗਏ, ਇਸ ਤਰ੍ਹਾਂ ਨਹੀਂ ਹੈ। ਸੋ ਉਹ ਕੀ ਹੈ ਐਸ 4 4 4 ਹੀ ਉਸ ਤਰ੍ਹਾਂ ਆਉਣੇ ਹੈ। quatrains 3 quatrain then जब हम फॉलोड बाय भी लिखते कोई प्रॉब्लम नहीं, फॉलोड बाय 1 कपलेट। एक कपलेट मींस 2 ਲਾਈਨਸ ਹੁੰਦੀਆਂ, ਇੱਕ ਕਪਲੇਟ ਦੇ ਵਿੱਚ ਇੱਕ ਕਪਲੇਟ ਲਾਸਟ ਤੇ ਆਉਂਦਾ 4 + 4 + 4 12 + 2 14। ਕਲੀਅਰ ਹੈ। ਸੋ ਇਹਦੀ ਜਿਹੜੀ ਐਸ ਜੇ ਅਸੀਂ ਰਾਈਮਿੰਗ ਸਕੀਮ ਦੇਖਦੇ ਆ ਉਹ ਐਸ ਸ਼ੇਕਸਪੀਰੀਅਨ ਸੋਨੇਟ ਵਨ ਹੋਰ ਥਿੰਗ ਇਹਦੇ ਨਾਲ ਰਿਲੇਟਡ ਤੁਸੀਂ ਕਰ ਸਕਦੇ ਹੋ ਨਾ, ਆਪਾਂ ਇੰਗਲਿਸ਼ ਸੋਨੇਟ ਵੀ ਕਹਿੰਦੇ ਇੰਗਲਿਸ਼ ਸੋਨੇਟ, ਇਹਨੂੰ ਇੰਗਲਿਸ਼ ਸੋਨੇਟ ਵੀ ਕਿਹਾ ਜਾਂਦਾ ਹੈ। क्लियर है। सो ਹੁਣ ਜਿਹੜੀ ਇਹਦੀ ਐਸ ਰਾਈਮਿੰਗ ਸਕੀਮ ਹੈ ਉਹ ਕਿਸ ਤਰ੍ਹਾਂ ਦੀ ਹੈ ਐਸ ए बी 4 ਲਾਈਨਸ ਹੋ ਗਿਆ, ਫਿਰ ਕੀ ਹੈ सी डी फिर 4 लाइन्स E F then last thing double G, this is couplet then 3 quatrains important है। so A as Shakespearean sonnet ਦੀ rhyme scheme है। so ਇਹ ਜਿਹੜੇ ਲਾਸਟ ਵਾਲੇ ਇਹ ਵੀ rhymed ਹੁੰਦੇ ਆ, ਠੀਕ ਹੈ, as ਇਹ ਵੀ fully rhyme है as ਜਿਹੜਾ ਫਸਟ ਲਾਈਨ ਹੈ ਉਹ ਥਰਡ ਦੀ ਜਿਹੜੀ ਲਾਈਨ ਹੈ ਉਹਦੇ ਨਾਲ ਮੈਚ ਕਰੂਗਾ। ਇਹ ਚੀਜ਼ ਨੂੰ ਤੁਸੀਂ ਅੰਡਰਸਟੈਂਡ ਕਰਦੇ ਹੋਵੋਗੇ। ਕਲੀਅਰ। ਸੋ ਇਹਦਾ ਕੀ ਹੁੰਦਾ ਚਲੋ ਇਹ ਵੀ ਮੈਂ ਮਾੜਾ ਜਿਹਾ ਦੱਸ ਦੇਵਾਂ। ਸੋ ਜਿੱਦਾਂ ਫਸਟ ਲਾਈਨ ਹੈ ਪੋਇਮ ਦੀ, ਠੀਕ ਹੈ, ਉਹਦੇ ਪਿੱਛੇ ਜਿਹੜੀ ਸਾਊਂਡ ਆ ਰਹੀ ਹੈ ਜਿਸ ਤਰ੍ਹਾਂ ਉਹ ਬ ਦੀ ਸਾਊਂਡ ਆ ਰਹੀ ਹੈ, ਫਿਰ ਜਿਹੜੀ ਸੈਕੰਡ ਲਾਈਨ ਹੈ ਪੋਇਮ ਦੀ ਉਹਦੇ ਪਿੱਛੇ ਕੀ ਹੈ ਐਸ ਡੀ ਦੀ ਸਾਊਂਡ ਆ ਰਹੀ ਹੈ, ਠੀਕ ਹੈ, ਫਿਰ ਜਿਹੜੀ ਥਰਡ ਲਾਈਨ ਹੈ ਅਗੇਨ ਬੀ ਦੀ ਸਾਊਂਡ ਆ ਰਹੀ ਹੈ, ਠੀਕ ਹੈ, ਜਿਹੜੀ ਐਸ ਨੈਕਸਟ ਲਾਈਨ ਹੈ ਅਗੇਨ ਡ ਸਾਊਂਡ ਆ ਰਹੀ ਹੈ ਡ। सो मीन्स ए की बन गया बी नु की मान लेना ए, बी नु की मान लेना बी, अगेन बी नु की मान आर मान लेना ए, देन डी की है बी की बन गया ए बी मींस जिन्ना दी एज बैकग्राउंड अदर सब्जेक्ट्स दे जिदा इकोनॉमिक्स है एंड मैथ्स है उन्हां लई मैं दस रहा कि ए बी इस तरह होंदी है। मींस जिहड़ी पोएम दा क्वाट्रेन है प्रॉपर ਜਾਂ 3 ਲਾਈਨਸ ਦਾ है ਜਾਂ 4 ਲਾਈਨਸ ਦਾ क्वाट्रेन है ਉਹਦੀ ਜਿਹੜੀ ਪਿਛਲੀ ਸਾਊਂਡ ਹੈ ਉਹ ਉਹਦੇ ਅਕੋਰਡਿੰਗ ਹੈ ਜਿਹੜਾ ਅਸੀਂ ਇਹ ਰਾਈਟ ਕਰਦੇ ਹਾਂ। ਸੋ ਆਈ ਥਿੰਕ ਯੂ ਵੈਰੀ ਵੈਲ ਅੰਡਰਸਟੂਡ ਇਟ। ਸੋ ਨੈਕਸਟ ਇਜ਼ ਐਜ਼ ਸਪੈਂਸੇਰੀਅਨ ਸੋਨੇਟ। ਸਪੈਂਸੇਰੀਅਨ ਸੋਨੇਟ। ਸੋ ਸਪੈਂਸੇਰੀਅਨ ਸੋਨੇਟ ਦੇ ਵਿੱਚ ਥੋੜਾ ਜਿਹਾ ਇਹਦੇ ਨਾਲੋਂ डिफरेंस है। सो इस चीज ਨੂੰ ਮਾਈਂਡ ਦੇ ਵਿੱਚ ਰੱਖ ਲਿਓ ਕੀ डिफरेंस है। ਉਹ ਇੰਟਰਲੌਕਡ ਹੈ, ਇੰਟਰਲੌਕਡ ਲੌਕ ਤੁਸੀਂ ਸਮਝਦੇ ਹੋਵੋਗੇ, ਠੀਕ ਹੈ, ਮੀਨਸ ਇਹਦੇ ਵਿੱਚ ਮੀਨਸ ਆ 4 ਲਾਈਨਸ ਦੇ ਵਿੱਚ ਇਹਦੇ ਨਾਲ ਕੋਈ ਇੰਟਰਲੌਕ ਨਹੀਂ। ਇੰਟਰਲੌਕ ਕੀ ਨਹੀਂ, ਨਾ ਹੀ A ਹੈ ਨਾ ਹੀ B ਹੈ। ਜੇ A B ਹੁੰਦੇ ਤਾਂ ਇੰਟਰਲੌਕ ਹੋ ਜਾਣਾ ਸੀ, ਮੀਨਸ ਦੁਬਾਰਾ ਇੱਕ ਦੂਸਰੇ ਦੇ ਨਾਲ ਸੇਮ ਥਿੰਗ ਚੱਲ ਪੈਣੀ ਸੀ, ਬਟ ਇਦਾਂ ਨਹੀਂ ਹੈ, ਠੀਕ ਹੈ। ਸੋ ਇਹ ਕੀ ਹੈ, ਇਹ ਜਿਹੜਾ ਸਪੈਂਸੇਰੀਅਨ ਹੈ ਇਹ ਹੈ ਕੀ ਹੈ ਇੰਟਰਲੌਕਡ ਹੈ। किस तरह एज ਇਹਦੇ ਵਿੱਚ ਵੀ सेम ही है, ठीक है, 3 quatrains followed by 1 couplet लिख देना 3 quatrain followed by 1 समटाइम्स राइम कपलर भी लिख दिंदे राइम कपलर। राइम क्यों लिख दिंदे क्योंकि ਉਹਦੀ ਜਿਹੜੀ ਲਾਸਟ ਵਾਲੀ ਜਿਹੜੀ ਸਾਊਂਡ ਆ ਦੋਵਾਂ ਲਾਈਨਾਂ ਦੀ ਸੇਮ ਹੈ। ਸਮਝ ਰਹੇ ਹੋ ਨਾ, ਜਿਵੇਂ ਆ 4 ਲਾਈਨਸ ਬਣਾ ਦਿੱਤੀਆਂ ਮੈਂ, ਲਾਸਟ ਵਾਲੀ 2 ਲਾਈਨਸ ਹੋਣਗੀਆਂ ਉਹਦੀਆਂ
ਉਹਨਾਂ ਦੀ ਜਿਹੜੀ ਸਾਊਂਡ ਹੋਊਗੀ ਉਹ ਸੇਮ ਹੋ, ਜੀ ਜੀ ਨਹੀਂ ਹੋਣੀ, ਬਟ ਕੋਈ ਵੀ ਹੋਵੇ ਬਟ ਉਹ ਸੇਮ ਹੋਊਗੀ। ਇਹ ਜੀ ਤਾਂ ਉਹਨੇ ਲਾਸਟ ਤੇ ਮੰਨ ਲਿਆ ਜਾਂਦਾ। ਸੋ 3 क्वाड्रेंट्स, ठीक है, मींस इंटरलॉक्ड मैं ऑलरेडी ਤੁਹਾਡੇ ਨਾਲ डिस्कस कर चुके हैं। सो इंटरलॉक्ड कितना, जिस तरह ए बी ਹੁਣ इंटरलॉक कितना हो, आही भी ਅੱਗੇ चली जाऊगी, बी सी यही सी फिर अगे चली जानी है, सी डी लास्ट के ऊपर की है डबल ई, ए बी बी सी डी डबल ई। सो ये जेडे तीनों है ये एज सोनेट्स दी काइंड्स है। फर्स्ट पेट्रार्कियन सोनेट, ठीक है, शेक्सपियरियन सोनेट, इंग्लिश सोनेट भी कहा जाता है। सो देन स्पेंसरियन सोनेट। सो ये एक लिरिक है, ये माइंड दे विच रखना है, एक शॉर्ट लिरिक होंदे है, ठीक है, काफ़ी फेमस होया कि शेक्सपियर ने भी 154 सोनेट्स राइट किए। उन्होंने ओदी जिहड़ी एज राइम स्कीम है वो ए वाली, ठीक है। सो ये जिहड़े मोस्टली जिहड़े सोनेट है वो किहड़े मीटर दे विच राइट किए जाते हैं। राइम स्कीम तो ये वाली होंदी है लास्ट वाली, जिहड़ी एज किहड़ा मीटर है, मीनस जिहड़ी वो फुली लाइन लिखी गई है उहदे विच किहड़ा मीटर यूज किया गया वो किहड़ा हुंदा है, इहदे विच हुंदा आयैम्बिक पेंटामीटर। आयैम्बिक पेंटामीटर किहड़ा हुंदा है, एज आयैम्बिक पेंटामीटर। इंपॉर्टेंट है, माइंड दे विच रखो। ज़्यादातर मोस्टली जेडे एज राइटर है वो आयैम्बिक पेंटामीटर दे विच ही लाइन्स राइट करते हैं मोस्टली। तो ना आयैम्बिक पेंटामीटर की है, क्योंकि ये भी एक स्पेशल है, ये भी डिफरेंट जिस तरह आयैम्बिक है, इस तरह डक्टाइल है, नेक्स्ट अगे 4 to 5 काइंड्स है, ठीक है। इहदियां भी अगे है, जिवें पेंटामीटर है, ये तो अगे हेक्सामीटर, ठीक है। सो इस तरीके दे नाल ऑक्टामीटर, सो इस तरह उन्हां दियां भी है। बट ये जे आप देखिए कि ये डिफरेंट की रीजन है कि इसनूं एज आयैम्बिक पेंटामीटर कहा जाता है। सो इसका की कारण है, मैं इसनूं अच्छे तरीके नाल तुहानूं समझा दिंदा। सो आयैम्बिक जिहड़ा पेंटामीटर है जिस तरह एक लाइन है पोएम की, कोई भी लाइन तुसी ले सकते हो, डी कर्फ्यू एज टोल्स द नीड, जी कर्फ्यू टोल्स द नीड, द कर्फ्यू tolls the knell of parting day, of parting day। सो एक पोएम दी लाइन है, इसनूं जे असीं एज ए आयैम्बिक पेंटामीटर दे विच लिखी हुई है। सो आयैम्बिक पेंटामीटर जिस तरह मैं तुहानूं ऑलरेडी दस दिता है कि आयैम्बिक पेंटामीटर स्पेशली सोनेट दे विच यूज हुंदा है। सो ਇਹਦਾ ਕੀ ਕਾਰਨ ਹੈ कि इसनूं आयैम्बिक यूज, आयैम्बिक तो इसनूं इसलिए कहा जाता है क्योंकि आयैम्बिक दे विच की हुंदा है, जिस तरह दी कर्फ्यू ये 2 सिलेबल है, कर्फ्यू ये 1 सिलेबल है, ठीक है। सो जिहड़ी फर्स्ट 2 सिलेबल है पोएम दी, जिहड़ी पहली लाइन है, कोई भी लाइन है ਉਹਦੇ ਵਿੱਚ ਜਿਹੜੇ ਲੈਟਰ ਹੈ ਉਹਦੇ ਵਿੱਚ दी कर्फ्यू फर्स्ट 2 सिलेबल लेने, ये नहीं कि A2 है ਇਹਦੇ ਨਾਲ लगा लेना दी कर्फ्यू। ए अनस्ट्रेस्ड, ਇਹਨੂੰ ਕੀ ਕਹਿੰਦੇ अनस्ट्रेस्ड, जेड़ा ए वाला एक ही है, स्ट्रेस्ड। फर्स्ट वाला जेड़ा एज पार्ट होगा वो की है अनस्ट्रेस्ड, नेक्स्ट वाला जेड़ा सिलेबल होगा वो की होगा स्ट्रेस्ड, ठीक है। फिर जेड़ा नेक्स्ट आ गया वो की होगा इस तरह कर्फ्यू, ये जेड़ा फ्यू है कलर ये सिलेबल है, ये की होगा अनस्ट्रेस्ड, टोल्स की होगा स्ट्रेस्ड।
काफ़ी बच्चों को ये रिलेटेड कन्फ्यूजन होती है, सो प्लीज़ इसमें अच्छे तरीके नाल देखो। जो कोई कन्फ्यूजन आती भी है दैन आप अगे भी उन्होंने फिर सॉल्व करांगे, सो तुसीं मैसेज कर सकते हो। सो दी कर फ्यू टोल्स फिर स्ट्रेस्ड है, ठीक है। सो नेक्स्ट फिर जो अगला सिलेबस है वो की है अनस्ट्रेस्ड। स्टार्टिंग कितों है अनस्ट्रेस्ड स्ट्रेस्ड, अनस्ट्रेस्ड स्ट्रेस्ड, अनस्ट्रेस्ड ये की है स्ट्रेस्ड। फिर नेक्स्ट की है एज अनस्ट्रेस्ड, ये की है पार्टिंग, पार्ट इतों तक एक सिलेबस है, इंग दूसरा सिलेबस है, पता लग रहा है पार्ट इंग 2 सिलेबल है। सो पार्ट मींस ये की है फर्स्ट सिलेबल, ठीक है। एज ਇਹਦੇ ਵਿੱਚ ਕੀ ਹੈ as first is unstressed and second is stressed, क्लियर। नेक्स्ट फिर लास्ट पे देखो 2 रह गई, एक ही है अनस्ट्रेस्ड मींस स्टार्टिंग भी ਅਸੀਂ ਕਰਦੇ जो कि किसी अनस्ट्रेस्ड तो ते स्ट्रेस्ड, ये भी फिर लास्ट पे जाके भी की हुआ है अनस्ट्रेस्ड एंड स्ट्रेस्ड। स्ट्रेस मींस ਅਸੀਂ थोड़ा जोर दे के बोलना है, मीनस जेडे एज मदर लैंग्वेज वाले पर्सन है जिन्हों की मदर लैंग्वेज है, ठीक है, इंग्लिश उन्होंंने लिए ईजी होंदा है, बट असी तो इसनों एज लॉजिक बेस्ड भी तुसी इसनों अंडरस्टैंड कर सकते हो। जिस तरह आप कहने द कर्फ्यू टोल्स द नीड ऑफ पार्टिंग डे, सो दिस इज एज अनस्ट्रेस्ड देन स्ट्रेस्ड, अनस्ट्रेस्ड देन स्ट्रेस्ड। सो दिस इज ਹੁਣ ਇਹਦੇ ਵਿੱਚ ਕੀ ਹੈ ਜਿਹੜਾ ਆਇਐਮਿਕ ਵਰਡ ਯੂਜ਼ ਕੀਤਾ ਗਿਆ, ਠੀਕ ਹੈ, ਉਹ ਦਿਸ ਥਿੰਗ ਨੂੰ ਯੂਜ਼ ਕੀਤਾ ਗਿਆ ਸਟ੍ਰੈਸ, ਅਨਸਟ੍ਰੈਸਡ ਤੇ ਸਟ੍ਰੈਸਡ। ਆਇਐਮਿਕ ਕੀ ਹੁੰਦਾ ਹੈ, ਇਹ ਇਸ ਤਰ੍ਹਾਂ ਦਾ ਜਿਹੜਾ ਇਹਦੇ ਨਾਲ ਕੁਐਸਚਨ ਇਹਦੇ ਨਾਲ ਰਿਲੇਟਡ ਆਉਂਦਾ ਹੈ, ਉਹਦੇ ਵਿੱਚ ਕੀ ਹੈ ਕਿ ਆਇਐਮਿਕ ਦੇ ਵਿੱਚ ਕਿਹੜੀ ਕਿਹੜੀ ਐਸ ਫਾਰਮੇਸ਼ਨ ਹੁੰਦੀ ਹੈ, ਉਹਦੇ ਵਿੱਚ ਥੱਲੇ ਲਿਖਿਆ ਹੁੰਦਾ ਅਨਸਟ੍ਰੈਸਡ ਸਟ੍ਰੈਸਡ, ਫਿਰ ਦੂਸਰੇ ਦੇ ਵਿੱਚ ਸਟ੍ਰੈਸਡ ਅਨਸਟ੍ਰੈਸਡ। ਸੋ ਆਪਾਂ ਨੂੰ ਪਤਾ ਕਿ ਪਹਿਲਾ ਕੀ ਹੁੰਦਾ ਅਨਸਟ੍ਰੈਸਡ, ਸੈਕੰਡ ਕੀ ਹੁੰਦਾ ਸਟ੍ਰੈਸਡ, ਤੇ ਇਹ ਕਪਲ ਹੁੰਦੇ ਆ, ਦੋ ਦੋ ਦੇ ਹੁੰਦੇ ਆ ਕਈ। ਜਿਹੜਾ ਅੱਗੇ ਆਪਾਂ ਇਹਦੇ ਵਿੱਚ ਹੋਰ ਵੀ ਕਰਾਂਗੇ, ठीक है, डक्टाइल है, अदर है, सो ਉਹਦੇ ਵਿੱਚ ਤਿੰਨ ਵੀ ਬਣ ਜਾਂਦੇ ਜਿਸ ਤਰ੍ਹਾਂ ਸਟ੍ਰੈਸਡ, ਸਟ੍ਰੈਸਡ ਫਿਰ ਅਨਸਟ੍ਰੈਸਡ, ਇਸ ਤਰੀਕੇ ਦੇ ਨਾਲ। ਬਟ ਆਪਾਂ ਆਇਐਮਿਕ ਕਰੋ, ਮਾਈਂਡ ਦੇ ਉੱਪਰ ਕੋਈ ਸਟ੍ਰੈਸ ਨਹੀਂ ਦੇਣਾ। ਅਨਸਟ੍ਰੈਸਡ ਐਂਡ ਸਟ੍ਰੈਸਡ, ਇਹਦੇ ਵਿੱਚ ਕੀ ਆਇਐਮਿਕ ਦੇ ਵਿੱਚ ਅਨਸਟ੍ਰੈਸਡ, ਅਨਸਟ੍ਰੈਸਡ then stressed, unstressed stressed। 2 ਹੁਣ ਪੈਂਟਾ ਕੀ ਹੈ 5, पेंटा मींस की होंगे 5 कपलेट। देखो इधर कितने बन गए अनस्ट्रेस्ड स्ट्रेस्ड 1, अनस्ट्रेस्ड स्ट्रेस्ड 2, अनस्ट्रेस्ड स्ट्रेस्ड 3, अनस्ट्रेस्ड स्ट्रेस्ड 4, अनस्ट्रेस्ड स्ट्रेस्ड 5। आई थिंक यू ऑल अंडरस्टूड इट वेरी वेल, क्लियर। सो इसमें अच्छे तरीके नाल तुसी अपने माइंड दे विच कर लेना, ठीक है। आई थिंक ਇਹਦੇ ਵਿੱਚ कोई भी ਤੁਹਾਨੂੰ नहीं प्रॉब्लम रही होएगी। ਹੁਣ ਜਿਹੜਾ ਅਸੀਂ ਐਸ ਨੈਕਸਟ ਥਿੰਗ ਕਰਨੀ ਹੈ, ਠੀਕ ਹੈ, ਸੋ ਉਹ ਆਪਾਂ ਐਸ ਐਪਿਕ ਕਰਦੇ ਹਾਂ। ਨੈਕਸਟ ਜਿਹੜਾ ਇੰਪੋਰਟੈਂਟ ਹੈ, ਆਈ ਥਿੰਕ ਇਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ, ਆਇਐਮਿਕ ਪੈਂਟਾਮੀਟਰ ਦੈਨ ਐਸ ਸੋਨੇਟ ਵਾਲਾ। ਸੋ ਆਪਾਂ ਹੁਣ ਇਸ ਤੋਂ ਬਾਅਦ ਕੀ ਕਰਨਾ ਐਸ ਐਪਿਕ। काफी बच्चों को एस ਇਹਦੇ ਵਿੱਚ ਆਇਐਮਿਕ ਪੈਂਟਾਮੀਟਰ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਕਿ ਇਹ ਕੀ ਆ ਰਿਹਾ ਹੈ। ਸੋ ਇਹ ਐਸ ਇਹਦੇ ਉੱਪਰ ਟੋਟਲ ਜਿਸ ਤਰ੍ਹਾਂ ਅੱਗੇ ਹੋਰ ਵੀ ਰਿਲੇਟਡ ਪੁਆਇੰਟਸ ਹੋਣਗੇ, ਸੋ ਉਹਨਾਂ ਦੇ ਵਿੱਚ ਐਸ ਅਦਰ ਲਿਖੇ ਜਾਣਗੇ, ਸੋ ਆਪਾਂ ਡਿਸਕਸ ਕਰਦੇ ਜਾਵਾਂਗੇ ਨਾਲ ਦੀ ਨਾਲ। ਹੁਣ ਆਪਾਂ ਐਸ ਡਿਸਕਸ ਕਰਦੇ ਹਾਂ ਐਪਿਕ, ਜਿਹਦੇ ਨਾਲ ਰਿਲੇਟਡ ਕੁਐਸਚਨ ਕਾਫੀ ਵਾਰ ਆਇਆ ਐਪਿਕ ਦੇ ਨਾਲ। ਐਪਿਕ ਜਾਂ ਇਸ ਨੂੰ ਕੀ ਕਹਿ ਸਕਦੇ ਹਾਂ ਆਪਾਂ, ਐਸ ਕਿਹਾ ਜਾਂਦਾ ਹੈ हीरोइक पॉइंट। हीरोइक तो तुसी समझते ही रहोगे कि हीरो दे नाल रिलेटेड, ठीक है, पॉइंट। सो हीरोइक पॉइंट ਇਹਦਾ ਜਿਹੜਾ ਐਸ ਜੇ ਅਸੀਂ ਐਪਿਕ ਨੂੰ ਦੇਖਣਾ ਹੈ, ਜਿਸ ਤਰ੍ਹਾਂ ਸੋਨੇਟ ਨੂੰ ਦੇਖਿਆ, ਉਹਦੇ ਵੀ ਮਟੀਰੀਅਲ ਦੇ ਅਕੋਰਡਿੰਗ ਅਸੀਂ ਉਸ ਦਾ ਨੇਮ ਸੋਨੇਟ ਰੱਖ ਦਿੱਤਾ, ਮੀਨਸ 14 ਲਾਈਨਸ ਹੈ, ਦੈਨ ਆਇਐਮਿਕ ਪੈਂਟਾਮੀਟਰ ਹੈ, ਕਲੀਅਰ। ਸੋ ਕੁਆਡਰੈਂਟਸ ਹੈ ਜਾਂ ਆਕਟੇਵ ਹੈ, ਇਸ ਤਰ੍ਹਾਂ। ਸੋ ਐਪਿਕ ਦਾ ਵੀ ਜਿਹੜਾ ਮਟੀਰੀਅਲ ਹੈ ਦੈਟ ਇਜ਼ ਮੇਨ, ਜੇ ਉਹਦਾ ਜਿਹੜਾ ਮਟੀਰੀਅਲ ਹੈ ਉਹਦੇ ਅਕੋਰਡਿੰਗ ਹੀ ਉਸ ਨੂੰ ਐਪਿਕ ਕਿਹਾ ਜਾ ਸਕਦਾ ਹੈ। ਜਿਸ ਤਰ੍ਹਾਂ ਉਹਦੇ ਵਿੱਚ ਸਾਰਿਆਂ ਨਾਲੋਂ ਜੇ ਅਸੀਂ ਫਸਟ ਆਫ ਆਲ ਜੇ ਥਿੰਗ ਦੇਖੀ ਜਾਵੇ ਤਾਂ ਸਾਰਿਆਂ ਨਾਲੋਂ ਫਸਟ ਹੈ ਜਿਹੜਾ ਉਹਦੇ ਵਿੱਚ ਕੀ ਹੁੰਦਾ ਹੈ
लॉन्ग वर्स नरेटिव, लॉन्ग वर्स नरेटिव की है फर्स्ट वर्स नरेटिव, लॉन्ग वर्स नरेटिव, ठीक है। नरेट किया जाता, बोले भी होंगी है वो, जिस तरह लगातार उस दे विच कुछ बोलिया जाता है, ठीक है। वर्स रिटन के फॉर्म में लॉन्ग उहदा जिहड़ा मटीरियल है वो बहुत ही लेंथी होंदा है, ठीक है, बहुत ही ज़्यादा लेंथी। सो असीं उसनूं एपिक कहांगे जे वो लेंथी होवेगी इन वर्स नरेटिव दे विच होवेगी। सो नैक्सट जिहड़ा उहदा एज मेन पॉइंट है वो की होना चाहिए है कि एज अ सीरीयस सबजैक्ट होना चाहिए उहदे विच, सीरीयस 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 सबजैक्ट, ਉਹਦਾ ਜਿਹੜਾ ਸਬਜੈਕਟ ਹੈ ਉਹ ਸੀਰੀਅਸ ਹੋਣਾ ਚਾਹੀਦਾ, ਉਹਦੇ ਵਿੱਚ ਮਜ਼ਾਕ ਨਹੀਂ ਹੋਣਾ ਚਾਹੀਦਾ, ਕਲੀਅਰ। ਸੋ ਬਹੁਤ ਹੀ ਸੀਰੀਅਸ ਹੋਣਾ ਚਾਹੀਦਾ। ਸੋ ਅੱਗੇ ਐਸ ਐਪਿਕ ਮੌਕ ਐਪਿਕ ਆ ਜਾਂਦਾ ਉਹ ਮਜ਼ਾਕੀਆ ਹੁੰਦਾ। ਸੋ ਬਟ ਇਹ ਕੀ ਹੈ, ਬਹੁਤ ਹੀ ਸੀਰੀਅਸ ਹੁੰਦਾ। ਇਹਦੇ ਵਿੱਚ ਇਹ ਨਹੀਂ ਕਿ ਕੋਈ ਵੀ ਮਜ਼ਾਕ ਵਾਲੀ ਗੱਲ ਨਹੀਂ ਹੁੰਦੀ। ਜਿਸ ਤਰ੍ਹਾਂ ਐਸ ਲਾਸਟ ਵੀਡੀਓ ਦੇ ਵਿੱਚ ਆਪਾਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ ਕਿ ਮਹਾਭਾਰਤ ਹੈ ਜਿਹੜਾ ਦੈਟ ਇਜ਼ ਐਪਿਕ, ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਹੀਂ, ਬਹੁਤ ਹੀ ਜ਼ਿਆਦਾ ਸੀਰੀਅਸ। ਸੋ ਇਸ ਕਰਕੇ ਜਿਹੜਾ ਉਹਦਾ ਸੈਕੰਡ ਮੇਨ ਜਿਹੜਾ ਪੁਆਇੰਟ ਹੋਣਾ ਚਾਹੀਦਾ ਦੈਟ ਇਜ਼ ਅ ਸੀਰੀਅਸ ਸਬਜੈਕਟ, ਠੀਕ ਹੈ। ਸੋ ਉਹ ਇੱਕ ਕੀ ਹੈ ਫਾਰਮ ਦੇ ਵਿੱਚ ਹੁੰਦਾ ਹੈ, ਤਾਂ ਕਿਸੇ ਐਜ਼ ਅ ਬੜੇ ਹੀ ਵਧੀਆ ਫਾਰਮਲ ਜੇ ਵੇ ਦੇ ਵਿੱਚ, ਇਦਾਂ ਨਹੀਂ ਕਿ ਕੋਈ ਇਸ ਤਰ੍ਹਾਂ ਚੱਕ ਕੇ ਵੀ ਕਿਤੇ ਕਿੱਦਾਂ ਦੀ ਲਾਈਨ ਲਿਖੀ ਵੀ ਹੈ ਕਿਤੇ ਕਿੱਦਾਂ ਦੀ ਨਹੀਂ, ਇਸ ਤਰ੍ਹਾਂ ਨਹੀਂ, ਇੱਕ ਫਾਰਮਲ ਵੇ ਦੇ ਵਿੱਚ ਲਿਖਿਆ ਜਾਂਦਾ, ਫਾਰਮਲ ਵੇ, ਉਹ ਫਾਰਮਲ ਵੇ ਦੇ ਵਿੱਚ ਹੁੰਦਾ, ਕਲੀਅਰ। बड़े ही वधिया वे दे विच उसनूं राइट किया जाता है। सो उहदे विच ये नहीं कि भी कोई लाइन किदां दी है, वो एक वधिया एज प्रॉपर सीक्वेंस दे विच उसनूं राइट किया जाता है। तो जिहड़ा स्टाइल हुंदा उहदा स्टाइल बहुत ही एलीवेटेड हुंदा है, मीनस हर गल नूं बहुत ही वधा के कीती जाती है, हर गल मीनस जे सीरीयस बहुत ही भावें कि थोड़ा सीरीयस बट उसनूं बहुत ही ज़्यादा सीरीयस बना के दस्सिया जाता है, ठीक है, एलीवेटेड हर चीज़ नूं वड्डा करके, ठीक है। जे थोड़ी जी उहदे विच खुशी वाली गल होंदी उहनूं भी बहुत ज़्यादा वड्डा किया जाता है, ठीक है। सो इस तरीके दे नाल इहदा जिहड़ा एज की है एलीवेटेड स्टाइल। सो जिहड़ा उहदा स्टाइल है वो की होना चाहिए, एलीवेटेड होना चाहिए, फिर ही वो की है एज अ एपिक है। हुण जे आपां उहदा एज कंटेंट देखिए जां होर थिंग्स है वो ऑलरेडी आपां देखिया कि कंटेंट किदां दा। सो मेनली वो की हुंदा डिपेंड ऑन वन हीरो, उहदे विच एक स्पैशल हीरो नूं एक्सप्लेन किया जाता है, सेंटर्ड किया जाता है, ठीक है, कि एज किसी एक परसन के उपर वो सेंटर्ड हुंदा, ज़्यादातर सेंटर्ड ऑन हीरो, वो किसी एक हीरो के उपर सेंटर किया जाता होता, ठीक है। सो ये वो हीरो के उपर ही जिहड़ा एज अदर है वो जिस तरह सिटी है जहाँ कंट्री है वो उपर बेस करती है, मीनस जे वो चाहूगा तो कंट्री नूं सफलता वाल लेके जाऊगा, जे वो चाहूगा तो जंग जीती जा सकती है, ठीक है, जे वो चाहूगा कि डाउनफॉल फिर डाउनफॉल भी हो सकता है, मीनस उस जिहड़ी फिगर है ਉਹਦੇ ਉੱਪਰ ही सारा डिपेंड किया करता, जिद्दां आपां कह दिंदे कि एक्शन ऑफ हीरोज, ठीक है, डिपेंड्स द फेट ऑफ कंट्री, एक्शन ऑफ हीरोज डिपेंड द फेट ऑफ कंट्री। ये लिख सकते हो तुसीं जिहड़े एक्शनस है ਉਹਦੇ एक्शन ऑफ हीरो डिपेंड्स फेट ऑफ ट्राइब भी कह सकते हो, ट्राइब कंट्री कुछ भी कि एज ਉਹ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੁੰਦਾ, ਵੱਡਾ ਹੁੰਦਾ, ਮੀਨਸ ਉਹ ਰਿਪਰੈਜ਼ੈਂਟ ਕਰ ਰਿਹਾ ਹੁੰਦਾ ਕਿਸੇ ਚੀਜ਼ ਨੂੰ। ਸੋ ਇਸ ਤਰੀਕੇ ਦੇ ਨਾਲ ਉਹਦੇ ਵਿੱਚ ਹੁਣ ਤਾਂ ਨਹੀਂ ਸਟਾਰਟਿੰਗ ਐਲਿਜ਼ਾਬੈਥਨ ਏਜ ਦੇ ਵਿੱਚ ਤਾਂ ਨਹੀਂ ਉਹਦੇ ਵਿੱਚ ਗੱਲ ਕੀਤੀ ਗਈ। ਸੋ ਇਸ ਕਰਕੇ ਵੀ ਜ਼ਿਆਦਾ ਨਹੀਂ ਕਰਦੇ, ਬਟ ਐਜ਼ ਜਿਹੜੀ ਪਿਛਲੀਆਂ ਏਜਸ ਆ ਉਹਦੇ ਵਿੱਚ ਜ਼ਿਆਦਾਤਰ ਸੁਪਰਨੈਚੁਰਲ ਥਿੰਗਸ ਵੀ ਯੂਜ਼ ਕੀਤੀਆਂ ਜਾਂਦੀਆਂ, ਕਿਉਂਕਿ ਇਹਦੇ ਵਿੱਚ ਵੀ ਕੀਤੀਆਂ ਗਈਆਂ। ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਐਜ਼ ਐਪਿਕ ਉਹਦੇ ਵਿੱਚ ਕੀ ਹੈ ਸੁਪਰਨੈਚੁਰਲ ਯੂਜ਼ ਕੀਤਾ ਜਾਂਦਾ, सुपर नेचुरल पावर। सुपर नेचुरल पावर हम थोड़ी एग्जांपल दे देना तो सुपर नेचुरल पावर जिस तरह स्पाइडरमैन है, क्लियर। सो जहाँ आयरन मैन है, जहाँ एज हल्क है,
all have a supernatural powers. So वो इस तरह एपिक ਦੇ ਬੇਸ ਦੇ ਉੱਪਰ ਬਣਾਏ ਜਾਂਦੇ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਪੈਰਾਡਾਈਜ਼ ਲੌਸਟ ਹੈ, ਠੀਕ ਹੈ, ਪੌਪ ਦੀ ਉਸ ਆਊਗੀ ਅੱਗੇ ਪੋਪ ਦੀ। ਸੋ ਉਹ ਬਹੁਤ ਹੀ ਅਲੈਗਜ਼ੈਂਡਰ ਪੋਪ ਦੀ ਆਪਾਂ ਨੂੰ ਹੈ ਪੈਰਾਡਾਈਜ਼ ਲੌਸਟ, ਦੈਟ ਇਜ਼ ਦਾ ਫਾਈਨ ਐਗਜ਼ਾਮਪਲ ਆਫ ਅ epic. So I think you all understood properly as epic, sonnet and iambic pentameter. So अपना I think भी जिन्ना का अपने मोटिव सीगा इस लेक्चर का वो क्लियर हो चुके हैं. So I think we इतने अपन sum up करेंगे. So again I request you to subscribe our channel English Village and like my video, because subscription and likes that motivates me to make more videos. So thank you very much to concentration.